ਪੰਜਾਬੀ ਸਟੱਡੀ ਪੁਆਇੰਟ 63 ਦੇਖ ਰਹੇ ਸਾਰੇ ਵਿਊਅਰਸ ਦਾ ਇਸ ਚੈਨਲ 'ਤੇ ਇੱਕ ਵਾਰ ਫੇਰ ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ ਤੀਜੇ ਸਮੈਸਟਰ ਨਾਲ ਸੰਬੰਧਿਤ ਹੈ। ਵਿਸ਼ਾ ਹੈ ਚੋਣਵੀਂ ਪੰਜਾਬੀ ਅਤੇ ਇਸ ਵਿਸ਼ੇ ਦੀ ਨਿਰਧਾਰਤ ਪਾਠ ਪੁਸਤਕ ਦਾ ਨਾਮ ਹੈ ਮੱਧਕਾਲੀ ਪੰਜਾਬੀ ਕਾਵਿ ਰੰਗ ਅਤੇ ਇਸ ਵਿੱਚੋਂ ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਪੜ੍ਹਨੀ ਹੈ ਸਾਧੋ ਮਨ ਕਾ ਮਾਨ। ਇਸ ਤੋਂ ਪਹਿਲਾਂ ਇਸ ਚੈਨਲ 'ਤੇ ਇਸ ਪਾਠ ਪੁਸਤਕ ਦੇ ਨਾਲ ਸੰਬੰਧਿਤ ਕਈ ਕਵਿਤਾਵਾਂ ਅਪਲੋਡ ਕਰ ਦਿੱਤੀਆਂ ਗਈਆਂ ਨੇ ਅਤੇ ਇਸ ਤੋਂ ਇਲਾਵਾ ਇਸੇ ਵਿਸ਼ੇ ਦੀ ਇੱਕ ਹੋਰ ਪਾਠ ਪੁਸਤਕ ਹੈ ਦੁਨੀਆ ਇੱਕ ਮਹੱਲ ਹੈ, ਜੋ ਕਿ ਇੱਕ ਸਫ਼ਰਨਾਮਾ ਹੈ ਅਤੇ ਇਸ ਨਾਲ ਸੰਬੰਧਿਤ ਵੀ 80% ਤੋਂ ਉੱਤੇ ਕੰਮ ਇਸ ਚੈਨਲ 'ਤੇ ਅਪਲੋਡ ਕੀਤਾ ਹੋਇਆ ਹੈਗਾ। ਜਿਹੜੇ ਵਿਦਿਆਰਥੀਆਂ ਨੇ ਅਜੇ ਤੱਕ ਇਹ ਵੀਡੀਓਜ਼ ਨਹੀਂ ਵੇਖੀਆਂ ਉਹ ਇਸ ਚੈਨਲ ਦਾ ਲਾਭ ਪ੍ਰਾਪਤ ਕਰਨ ਲਈ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਅਤੇ ਅੱਜ ਅਸੀਂ ਪੜ੍ਹਨਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਉਹਨਾਂ ਨੇ ਧਰਮ ਦੀ ਰਾਖੀ ਲਈ ਆਪਣੀ ਮਹਾਨ ਕੁਰਬਾਨੀ ਕੀਤੀ। ਉਹਨਾਂ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰੇ ਮਾਤਾ ਨਾਨਕੀ ਜੀ ਦੇ ਕੁੱਖੋਂ ਹੋਇਆ ਅਤੇ ਉਹਨਾਂ ਦਾ ਬਚਪਨ ਦਾ ਨਾਂ ਬਹਾਦਰ ਚੰਦ ਅਤੇ ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ ਸੀਗੇ। ਸੁਭਾਅ ਪੱਖੋਂ ਉਹ ਸ਼ੁਰੂ ਤੋਂ ਹੀ ਸੰਤ ਸਰੂਪ, ਅਡੋਲ ਚਿੱਤ, ਗੰਭੀਰ ਅਤੇ ਨਿਰਭੈ ਸੁਭਾਅ ਦੇ ਮਾਲਕ ਸੀਗੇ ਅਤੇ ਉਹ ਕਈ ਘੰਟੇ ਸਮਾਧੀ 'ਚ ਲੀਨ ਰਹਿੰਦੇ ਸੀਗੇ ਅਤੇ ਆਪ ਜੀ ਨੂੰ ਵਿੱਦਿਆ ਜਿਹੜੀ ਹੈਗੀ ਆ ਦਵਾਈ ਗਈ ਅਤੇ ਇਸ ਦੇ ਨਾਲ ਉਹ ਵਿਦਵਾਨ, ਸੂਰਬੀਰ, ਸ਼ਸਤਰਧਾਰੀ ਅਤੇ ਧਰਮ ਅਤੇ ਰਾਜਨੀਤੀ ਦੇ ਵਿੱਚ ਨਿਪੁੰਨ ਹੋ ਗਏ ਅਤੇ ਉਹਨਾਂ ਨੇ 1634 ਈਸਵੀ ਦੇ ਵਿੱਚ ਆਪਣੇ ਪਿਤਾ ਜੀ ਦੇ ਨਾਲ ਮਿਲ ਕੇ ਕਰਤਾਰਪੁਰ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ ਅਤੇ ਉਹਨਾਂ ਦਾ ਵਿਆਹ 1634 ਈਸਵੀ ਦੇ ਵਿੱਚ ਗੁਜਰੀ ਜੀ ਨਾਲ ਹੋਇਆ, ਜਿਨ੍ਹਾਂ ਨੂੰ ਅਸੀਂ ਮਾਤਾ ਗੁਜਰੀ ਜੀ ਕਹਿੰਦੇ ਹਾਂ। ਉਹ ਇਕਾਂਤ ਵਿੱਚ ਅਡੋਲ ਰਹਿ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਸੀ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਅਤੇ ਜੋਤੀ ਸਮਾਉਣ ਮਗਰੋਂ ਆਪ ਪਿੰਡ ਬਕਾਲਾ ਦੇ ਵਿੱਚ ਆ ਗਏ ਅਤੇ ਉੱਥੇ ਰਹਿ ਕੇ ਉਹਨਾਂ ਨੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕੀਤਾ। 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜੋ ਜੋਤ ਸਮਾਏ ਤਾਂ ਉਹਨਾਂ ਨੇ ਸੰਗਤਾਂ ਨੂੰ ਬਾਬਾ ਬਕਾਲਾ ਕਹਿ ਕੇ ਆਪ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਉਹਨਾਂ ਦੇ ਗੁਰੂ ਪ੍ਰਗਟ ਹੋਣ ਦੀ ਸਾਖੀ ਤੁਸੀਂ ਸਾਰੇ ਜਾਣਦੇ ਹੀ ਹੈਗੇ ਹੋ। ਅਤੇ ਇਸ ਤੋਂ ਬਾਅਦ ਜਦੋਂ ਜਿਹੜਾ ਹੈ ਬਕਾਲੇ ਤੋਂ ਆਪ ਕੀਰਤਪੁਰ ਸਾਹਿਬ ਪਹੁੰਚੇ ਅਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਨਗਰ ਵਸਾਇਆ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੇ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਤਲਵਾਰ ਦੇ ਜ਼ੋਰ ਦੇ ਨਾਲ ਸਭ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਪੰਡਤਾਂ ਨੇ ਗੁਰੂ ਜੀ ਅੱਗੇ ਫਰਿਆਦ ਕੀਤੀ ਅਤੇ ਬਾਲਕ ਗੋਬਿੰਦ ਰਾਏ ਦੇ ਬੇਨਤੀ ਕਰਨ ਉੱਤੇ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਝੂ ਦੀ ਰਖਵਾਲੀ ਲਈ ਆਪਣੀ ਕੁਰਬਾਨੀ ਦੇਣ ਦਾ ਇਰਾਦਾ ਕੀਤਾ ਅਤੇ ਧਰਮ ਪ੍ਰਚਾਰ ਕਰਦੇ ਹੋਏ ਉਹ ਆਗਰੇ ਪਹੁੰਚੇ ਅਤੇ ਇੱਥੇ ਉਹਨਾਂ ਦੇ 5 ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਦਿੱਲੀ ਦੇ ਵਿੱਚ ਮਸਜਿਦ ਦੇ ਨੇੜੇ ਇੱਕ ਢਹੀ ਹੋਈ ਇਮਾਰਤ ਵਿੱਚ ਕੈਦ ਰੱਖਿਆ ਗਿਆ ਅਤੇ ਆਪ ਦੁਆਰਾ ਹਕੂਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਆਪ ਨੂੰ ਚਾਂਦਨੀ ਚੌਂਕ ਦੇ ਵਿੱਚ ਕੋਤਵਾਲੀ ਦੇ ਵਿੱਚ ਅਨੇਕਾਂ ਕਸ਼ਟ ਦੇ ਕੇ ਜਿਹੜਾ ਹੈ ਸ਼ਹੀਦ ਕਰ ਦਿੱਤਾ ਗਿਆ। ਅਤੇ ਇਸ ਤੋਂ ਪਹਿਲਾਂ ਉਹਨਾਂ ਦੇ ਨਾਲ ਆਏ ਸਿੰਘ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਚਰਾਇਆ ਗਿਆ, ਭਾਈ ਸਤੀ ਦਾਸ ਜੀ ਦੇ ਟੁਕੜੇ ਕੀਤੇ ਗਏ, ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਸ਼ਹੀਦ ਕੀਤਾ ਗਿਆ ਅਤੇ ਆਪ ਜੀ ਨੇ ਵੀ ਜਿਹੜਾ ਹੈ ਫਿਰ ਸ਼ਹੀਦੀ ਦਿੱਤੀ। ਅਤੇ ਇਹ ਮਹਾਨ ਬਲਿਦਾਨ 11 ਨਵੰਬਰ 1675 ਈਸਵੀ ਨੂੰ ਹੋਇਆ। ਇਸ ਥਾਂ 'ਤੇ ਅੱਜ ਕੱਲ੍ਹ ਗੁਰਦੁਆਰਾ ਸ਼ੀਸ਼ ਗੰਜ ਬਣਿਆ ਹੋਇਆ ਹੈਗਾ। ਚਲੋ, ਤਾਂ ਆਪਣੇ ਗੁਰੂ ਕਾਲ ਦੇ ਵਿੱਚ 10 ਪਰੇ ਸੀਗੇ, ਜਿਹਦੇ ਵਿੱਚ ਉਹਨਾਂ ਨੇ 59 ਸ਼ਬਦਾਂ ਅਤੇ 57 ਸ਼ਲੋਕਾਂ ਦੀ ਰਚਨਾ ਕੀਤੀ ਅਤੇ ਇਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹੱਲੇ 9ਵੇਂ ਦੇ ਅਧੀਨ ਦਰਜ ਕਰਵਾਇਆ
ਤੇ ਆਪ ਜੀ ਦੀ ਸਾਰੀ ਰਚਨਾ ਪੰਜਾਬੀ ਪ੍ਰਭਾਵਿਤ ਬ੍ਰਜ ਵਿੱਚ ਕੀਤੀ ਹੈਗੀ ਹੈ ਤੇ ਰਚਨਾ ਦੀ ਮੁੱਖ ਸਵਰ ਵਿਰਾਗ ਅਤੇ ਭਗਤੀ ਹੈ। ਤਾਂ ਆਪਣੇ ਜੋ ਪਾਠ ਪੁਸਤਕ ਹੈ ਇਹਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 7 ਜਿਹੜੇ ਸ਼ਬਦ ਨੇ ਉਹ ਦਰਜ ਕੀਤੇ ਗਏ ਨੇ ਤੇ ਇਹਨਾਂ ਦੇ ਵਿੱਚੋਂ ਆਪਣੇ 3 ਸ਼ਬਦ ਜਿਹੜੇ ਪਹਿਲਾਂ ਹੀ ਇਸ ਚੈਨਲ 'ਤੇ ਅਪਲੋਡ ਹੈਗੇ ਨੇ ਤੇ ਮੈਂ ਤੁਹਾਡੀ ਪਲੇਲਿਸਟ ਦੇ ਵਿੱਚ ਪਾ ਦਿੱਤੇ ਗਏ ਨੇ, ਕਿਉਂਕਿ ਉਹ ਇੱਕ ਹੋਰ ਸ਼੍ਰੇਣੀ ਦੀ ਪਾਠ ਦੇ ਸਿਲੇਬਸ ਵਿੱਚ ਵੀ ਸੀਗੇ, ਸ਼ਾਇਦ 5ਵੇਂ ਸਮੈਸਟਰ ਦੀ ਜਨਰਲ ਪੰਜਾਬੀ ਦੇ ਵਿੱਚ ਸੀਗੇ। ਸੋ ਇਸ ਕਰਕੇ ਉਹਨਾਂ ਨੂੰ ਇੱਥੇ ਵੀ ਅਪਲੋਡ ਕਰ ਦਿੱਤਾ ਗਿਆ ਹੈ। ਅਤੇ ਬਾਕੀ ਆਪਣਾ ਜੋ ਰਹਿੰਦੇ 4 ਸ਼ਬਦ ਹੈਗੇ ਨੇ ਉਹਨਾਂ ਦਾ ਆਪਾਂ ਅਰਥ ਕਰਾਂਗੇ। ਤਾਂ ਪਹਿਲਾ ਸ਼ਬਦ ਹੈ ਸਾਧੋ ਮਨ ਕਾ ਮਾਨ। ਸਾਧੋ ਮਨ ਕਾ ਮਾਨ ਤਿਆਗਿਓ, ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਅਹਨਸ ਭਾਗਿਓ। ਦੁਰਜਨ ਕੀ, ਆਹ ਸ਼ਬਦ ਇਕੱਠਾ ਨਹੀਂ ਹੈਗਾ ਬੇਟੇ, ਠੀਕ ਹੈ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਨਸ ਭਾਗਿਓ। ਹੁਣ ਕੀ ਤਾ ਅਲੱਗ ਅਲੱਗ ਸ਼ਬਦ ਨੇ, ਠੀਕ ਆ। ਸੁਖ ਦੁਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ। ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ, ਖੋਜੋ ਪਦ ਨਿਰਮਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਪ੍ਰਸੰਗ ਲਿਖਾਂਗੇ ਤਾਂ ਉਹ ਆਪਾਂ ਇਸ ਤਰ੍ਹਾਂ ਲਿਖ ਸਕਦੇ ਹੈਗੇ ਹਾਂ ਕਿ ਇਹ ਕਾਵਿ ਟੋਟਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਬਦ ਹੈ ਅਤੇ ਜੋ ਕਿ ਸਾਡੀ ਪੰਜਾਬੀ ਦੀ ਪਾਠ ਪੁਸਤਕ ਮੱਧਕਾਲੀ ਪੰਜਾਬੀ ਕਾਵਿ ਰੰਗ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਹੈਗਾ ਅਤੇ ਉੱਪਰ ਸਿਰਲੇਖ ਹੈ ਸਾਧੋ ਮਨ ਕਾ ਮਾਨ। ਇਸ ਵਿੱਚ ਗੁਰੂ ਜੀ ਨੇ ਸੰਤ ਜਨਾਂ ਨੂੰ ਨੈਤਿਕ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਕੀਤੀ ਹੈਗੀ ਆ। ਅਤੇ ਕੀ ਕਹਿੰਦੇ ਨੇ ਕਿ ਐ ਮੇਰੇ ਸਾਥੀਓ ਸਾਧੋ ਮਨ ਕਾ ਮਾਨ ਤਿਆਗਿਓ। ਇੱਥੇ ਮਨ ਦਾ ਮਾਨ ਕੀ ਹੁੰਦਾ, ਇੱਥੇ ਹੰਕਾਰ ਦੀ ਭਾਵਨਾ। ਕਿ ਐ ਮੇਰੇ ਸਾਥੀਓ ਤੁਸੀਂ ਆਪਣੇ ਮਨ ਦੇ ਵਿੱਚ ਪਏ ਹੋਏ ਹੰਕਾਰ ਦੀ ਭਾਵਨਾ ਦਾ ਤਿਆਗ ਕਰ ਦਿਓ, ਉਸ ਨੂੰ ਛੱਡ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਿਹਾ ਹੈ ਕਿ ਪਹਿਲੀ ਗੱਲ ਤਾਂ ਹੰਕਾਰ ਦੀ ਭਾਵਨਾ ਛੱਡਣੀ ਹੈ ਅਤੇ ਦੂਸਰੀ ਗੱਲ ਹੈ ਕਿ ਸਾਡੇ ਮਨ ਦੇ ਵਿੱਚ ਹੋਰ ਵੀ ਬੜੇ ਵਿਕਾਰ ਨੇ, ਹੈ ਨਾ। ਵੈਸੇ ਤਾਂ 5 ਤੱਤ ਪਾਏ ਨੇ ਪ੍ਰਮਾਤਮਾ ਨੇ ਸਾਡੇ ਸਾਰਿਆਂ ਦੇ ਅੰਦਰ, ਤਾਂ ਉਹਨਾਂ ਦੇ ਵਿੱਚੋਂ ਕਾਮ ਕ੍ਰੋਧ ਇਹ ਭਾਵਨਾਵਾਂ ਛੱਡਣੀਆਂ ਨੇ। ਸੰਗਤ ਦੁਰਜਨ ਕੀ, ਹੁਣ ਦੁਰਜਨ ਕੀ ਹੁੰਦਾ ਹੈ, ਉਹ ਵਿਅਕਤੀ ਜਿਹਦੇ ਮਾੜੇ ਮਤਲਬ ਜਿਹਦੇ ਵਿੱਚ ਚੰਗੇ ਗੁਣ ਨਾ ਹੋਣ, ਦੁਰਜਨ। ਅਤੇ ਮਾੜੀ ਸੰਗਤ ਛੱਡਣੀ ਹੈਗੀ ਆ, ਉਹਦੀ ਸੰਗਤ ਨੂੰ ਛੱਡ ਦੇਣਾ ਹੈ। ਤਾ ਤੇ ਅਹਨਸ ਭਾਗਿਓ, ਹੁਣ ਜਿਹੜੀ ਆ ਮਾੜੀ ਸੰਗਤ ਹੈ ਉਸ ਤੋਂ ਦੂਰ ਜਾਣਾ ਹੈ। ਭਾਗਿਓ ਦਾ ਅਰਥ ਹੁੰਦਾ ਭੱਜ ਜਾਣਾ, ਉਸ ਤੋਂ ਦੂਰ ਭੱਜ ਜਾਣਾ ਹੈ। ਕਦੋਂ? ਅਹਨਸ, ਨਿਸ ਹੁੰਦਾ ਬੇਟੇ ਰਾਤ, ਇਹ ਹੁੰਦਾ ਦਿਨ, ਭਾਵ ਹਰ ਸਮੇਂ। ਇਹਦਾ ਮਤਲਬ ਇਹ ਆ ਕਿ ਦਿਨ ਰਾਤ ਮਾੜੀ ਸੰਗਤ ਤੋਂ ਬਚ ਕੇ ਰਹਿਣਾ ਹੈ। ਕਾਮ ਅਤੇ ਕ੍ਰੋਧ ਤਿਆਗ ਦੇਣਾ ਹੈ। ਇਸ ਤੋਂ ਇਲਾਵਾ ਹੰਕਾਰ ਦੀ ਭਾਵਨਾ ਨੂੰ ਵੀ ਤਿਆਗ ਦੇਣਾ ਹੈ। ਦੁੱਖ ਸੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨ। ਇਸ ਤੋਂ ਇਲਾਵਾ ਜਿਹੜਾ ਸੱਚਾ ਸਾਧੂ ਹੈ, ਸੱਚਾ ਚੰਗਾ ਵਿਅਕਤੀ ਹੈ, ਉਹ ਸੁੱਖ ਅਤੇ ਦੁੱਖ ਦੋਨੋਂ ਸਮ ਹੁੰਦਾ, ਸਮ ਦਾ ਬਰਾਬਰ, ਕਿ ਉਹ ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਜਾਣਦਾ ਹੈ। ਇਹਦਾ ਮਤਲਬ ਕੀ ਹੈ, ਉਹ ਇਹਨਾਂ ਦੋਹਾਂ ਅਵਸਥਾਵਾਂ ਦੇ ਵਿੱਚ ਉਹਦੀ ਜਿਹੜੀ ਮਨ ਦੀ ਸਥਿਤੀ ਹੈ ਉਹ ਸਥਿਰ ਰਹਿੰਦੀ ਹੈ। ਭਾਵ ਜਿਵੇਂ ਸੁੱਖ ਆਇਆ, ਜਿਵੇਂ ਅਸੀਂ ਆਮ ਕਰਦੇ ਹਾਂ, ਕੀ ਕਰਦੇ ਹਾਂ ਜਦੋਂ ਕੋਈ ਖੁਸ਼ੀ ਹੁੰਦੀ ਫਿਰ ਅਸੀਂ ਉਛਲਦੇ ਕੁੱਦਦੇ ਹਾਂ, ਬੜੇ ਖੁਸ਼ ਹੁੰਦੇ ਹਾਂ ਨਾ, ਅਤੇ ਦੁੱਖ ਹੁੰਦੇ ਹਾਂ ਤਾਂ ਫਿਰ ਰੋਂਦੇ ਹਨ। ਤਾਂ ਇਸ ਤਰ੍ਹਾਂ ਜਿਹੜਾ ਇੱਕ ਸੰਤ ਜਨ ਹੁੰਦਾ ਹੈ, ਸਾਧੂ ਜਨ ਹੁੰਦਾ ਹੈ, ਉਸ ਦੀ ਜਿਹੜੀ ਅਵਸਥਾ ਹੁੰਦੀ ਹੈ ਉਹ ਇਹ ਨਹੀਂ ਹੁੰਦੀ। ਤਾਂ ਉਹ ਸੁੱਖ ਅਤੇ ਦੁੱਖ ਦੋਹਾਂ ਦੇ ਵਿੱਚ ਉਹਦੇ ਮਨ ਦੇ ਭਾਵ ਉਛਲਦੇ ਨਹੀਂ, ਉਹ ਸਥਿਰ ਰਹਿੰਦਾ ਹੈ, ਦੋਨਾਂ ਨੂੰ ਬਰਾਬਰ ਜਾਣਦਾ ਹੈ। ਔਰ ਮਾਨ ਅਪਮਾਨ, ਮਾਨ ਹੁੰਦਾ ਆਦਰ ਸਤਿਕਾਰ, ਅਪਮਾਨ ਬੇਇੱਜ਼ਤੀ, ਅਤੇ ਉਹ ਆਦਰ ਸਨਮਾਨ ਦੀ ਜਾਂ ਅਪਮਾਨ ਦੀ ਪਰਵਾਹ ਨਹੀਂ ਕਰਦਾ ਅਤੇ ਇਹਨਾਂ ਤੋਂ ਜਿਹੜਾ ਹੈ ਗੱਲਾਂ ਤੋਂ ਉਪਰਾਮ ਰਹਿੰਦਾ ਹੈ। ਭਾਵ ਉਹਨੂੰ ਬਹੁਤੀ ਪਰਵਾਹ ਨਹੀਂ ਹੁੰਦੀ ਵੀ ਕੋਈ ਉਹਦਾ ਆਦਰ ਸਤਿਕਾਰ ਕਰਦਾ ਹੈ ਜਾਂ ਵੀ ਕੋਈ ਬੇਇੱਜ਼ਤੀ ਕਰਦਾ ਹੈ, ਉਹ ਆਪਣੀ ਮੌਜ ਵਿੱਚ ਖੁਸ਼ ਰਹਿੰਦਾ ਹੈ। ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਣਾ। ਹਰਖ ਹੁੰਦਾ ਵੀ ਆਪਾਂ ਜਿਵੇਂ ਕਿਸੇ ਦੇ ਨਾਲ
ਮਨ ਦੇ ਵਿੱਚ ਸ਼ਿਕਵੇ ਕਰਦੇ ਹੈਗੇ ਆ। ਅਤੇ ਇਹ ਜਿਹੜਾ ਸਾਧੂ ਜਨ ਹੈ ਉਹ ਕੀ ਕਰਦਾ ਹੈ, ਹਰਖ ਸੋਗ 'ਤੇ ਰਹਿਆ ਤੀ, ਤਾਂ ਸੋਗ ਹੁੰਦਾ ਦੁੱਖ, ਕਿਸੇ ਦੇ ਨਾਲ ਉਹਦੇ ਮਨ ਦੇ ਵਿੱਚ ਗੁੱਸੇ ਦੀ ਭਾਵਨਾ, ਹਰਖ ਦੀ ਭਾਵਨਾ ਜਾਂ ਆਪਾਂ ਕਿੰਤੂ ਪਰੰਤੂ ਦੀ ਭਾਵਨਾ ਨਹੀਂ ਹੁੰਦੀ। ਸੋਗ ਇੱਥੇ ਦੁੱਖ ਹੈਗਾ। ਅਤੀਤਾ ਦਾ ਅਰਥ ਹੈਗਾ ਵੀ ਉਸ ਨੂੰ ਉਹਨੇ ਛੱਡ ਦਿੱਤਾ ਹੈ, ਉਸ ਤੋਂ ਨਿਰਲੇਪ ਹੋ ਗਿਆ ਹੈ ਅਤੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ ਹੈ। ਤਿੰਨ ਜਗ ਤੱਤ ਪਛਾਣੋ, ਅਤੇ ਉਸਨੇ ਸੰਸਾਰ ਦੇ ਵਿੱਚ ਰਹਿ ਕੇ ਇਹ ਗੱਲ ਪਛਾਣ ਲਈ ਹੈਗੀ ਆ ਵੀ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਕਿਸੇ ਨਾਲ ਗੁੱਸੇ ਗਿੱਲੇ ਹੋਣਾ ਹੈ, ਦੁੱਖ ਅਤੇ ਦੁਖੀ ਹੋਣਾ ਹੈ, ਬਹੁਤੀ ਸੁੱਖ ਦੇ ਵਿੱਚ ਖੁਸ਼ ਹੋਣਾ ਹੈ, ਇਹਨਾਂ ਚੀਜ਼ਾਂ ਨੂੰ ਪਛਾਣ ਲਿਆ ਹੈ ਉਸਨੇ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣ। ਪਦ ਹੁੰਦਾ ਹੈ ਅਵਸਥਾ, ਦਰਜਾ। ਨਿਰਵਾਣਾ ਦਾ ਅਰਥ ਹੈ ਵਾਸ਼ਨਾ ਰਹਿਤ, ਭਾਵ ਜਿਹਦੇ ਵਿੱਚ ਕੋਈ ਬਹੁਤੀ ਖੁਸ਼ੀ ਗਮੀ ਦੀ ਪ੍ਰਵਾਹ ਕੀਤੇ ਬਿਨਾਂ ਅਸੀਂ ਉਸ ਚੀਜ਼ ਨੂੰ ਮੰਨ ਲੈਂਦੇ ਹੈਗੇ ਹਾਂ। ਤਾਂ ਉਹ ਸੰਸਾਰ ਵਿੱਚ ਰਹਿ ਕੇ ਉਸਤ ਅਤੇ ਨਿੰਦਿਆ, ਉਸਤ ਹੁੰਦੀ ਹੈ ਵਡਿਆਈ, ਤਾਰੀਫ। ਜਿਵੇਂ ਅਸੀਂ ਕਿਸੇ ਦੀ ਤਾਰੀਫ ਕਰਦੀ ਹੈ ਨਾ ਤਾਂ ਅਗਲਾ ਖੁਸ਼ ਹੋ ਜਾਂਦਾ ਹੈ, ਅਤੇ ਨਿੰਦਾ ਹੋ ਜਾਂਦੀ ਆ ਤਾਂ ਕੀ ਹੁੰਦਾ, ਫਿਰ ਅਸੀਂ ਦੁਖੀ ਹੋ ਜਾਂਦੇ ਹਾਂ, ਹੈ ਨਾ। ਭਾਵੇਂ ਉਹ ਔਗਣ ਸਾਡੇ ਵਿੱਚ ਹੋਣ ਹੀ, ਪਰ ਜੇ ਕੋਈ ਕਹਿ ਦੇਵੇ ਫਿਰ ਸਾਨੂੰ ਬੁਰਾ ਲੱਗਦਾ, ਹੈ ਨਾ। ਤਾਂ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਹੈਗੇ ਨੇ ਕਿ ਜਿਹੜਾ ਇੱਕ ਸੰਤ ਜਨ ਹੁੰਦਾ ਹੈ ਉਸ ਨੂੰ ਨਾ ਤਾਂ ਕਿਸੇ ਦੀ ਕੀਤੀ ਹੋਈ ਤਾਰੀਫ ਦੀ ਪਰਵਾਹ ਹੁੰਦੀ ਹੈ, ਨਾ ਹੀ ਨਿੰਦਿਆ ਦੀ ਪਰਵਾਹ ਹੁੰਦੀ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਤਿਆਗ ਦਿੰਦਾ ਹੈ। ਨਾ ਤਾਂ ਉਹ ਆਪ ਅਜਿਹਾ ਕੰਮ ਕਰਦਾ ਹੈ ਅਤੇ ਨਾ ਹੀ ਇਹਨਾਂ ਚੀਜ਼ਾਂ ਨੂੰ ਸੁਣ ਕੇ ਉਹ ਬਹੁਤਾ ਮਹਿਸੂਸ ਕਰਦਾ ਹੈ। ਅਤੇ ਉਸਨੇ ਇਹ ਸਭ ਤੋਂ ਵੱਖਰਾ ਨਿਰਾਲਾ ਜਿਹੜਾ ਹੈ ਰਸਤਾ ਪਛਾਣ ਲਿਆ ਹੁੰਦਾ ਹੈ, ਉਸ ਪਦ ਤੱਕ ਪਹੁੰਚਿਆ ਹੁੰਦਾ ਹੈ ਕਿ ਉਸ ਨੂੰ ਇਹਨਾਂ ਵਡਿਆਈ ਦੀ ਜਾਂ ਨਿੰਦਾ ਦੀ ਪਰਵਾਹ ਨਹੀਂ ਹੁੰਦੀ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਤਾਂ ਗੁਰੂ ਜੀ ਇਹ ਵੀ ਸਮਝਦੇ ਹੈਗੇ ਨੇ ਕਿ ਇਹ ਜਿਹੜਾ ਖੇਲ ਹੈ, ਇੱਥੋਂ ਤੱਕ ਪਹੁੰਚਣਾ ਹੈ, ਇਹ ਅਵਸਥਾ ਹੈ, ਬੜੀ ਹੀ ਔਖੀ ਹੈ। ਇਸ ਤੱਕ ਪਹੁੰਚਣਾ ਹਰ ਕਿਸੇ ਦੀ, ਜਿਵੇਂ ਆਪਾਂ ਕਹਿੰਦੇ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਕਿਨਹੂ ਗੁਰਮੁਖ ਜਾਣਾ, ਅਤੇ ਇਸ ਨੂੰ ਸਿਰਫ ਕੋਈ ਵਿਰਲਾ ਹੀ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਵਿਰਲਾ ਗੁਰਮੁਖ ਹੀ ਇਸ ਨੂੰ ਸਮਝ ਸਕਦਾ ਹੈ। ਅਤੇ ਜਿਹੜਾ ਸਮਝ ਜਾਂਦਾ ਹੈ ਫਿਰ ਉਹ ਇਹਨਾਂ ਚੀਜ਼ਾਂ ਤੋਂ ਨਿਰਲੇਪ ਰਹਿ ਕੇ ਸੰਸਾਰ ਦੇ ਵਿੱਚ ਸਫਲ ਜੀਵਨ ਦੀ ਜਿਹੜਾ ਹੈ ਜਿਉਂਦਾ ਹੈ। ਤਾਂ ਇਹ ਤਾਂ ਸੀਗਾ ਇਸ ਭਾਗ ਦਾ ਅਰਥ, ਅਤੇ ਇਸ ਨੂੰ ਹੁਣ ਆਪਾਂ ਇਸਦੇ ਵਿਸ਼ਾ ਵਸਤੂ 'ਤੇ ਕੁਝ ਪ੍ਰਸ਼ਨ ਪੜ੍ਹਦੇ ਹੈਗੇ ਹਾਂ। ਸਾਧੋ ਮਨ ਕਾ ਮਾਨ ਸ਼ਬਦ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਹੈ, ਅਤੇ ਇਸ ਵਿੱਚ ਗੁਰੂ ਸਾਹਿਬ ਆਤਮਿਕ ਮਾਰਗ ਉੱਤੇ ਚੱਲਣ ਦੀ ਵਿਧੀ ਦਾ ਵਰਣਨ ਕਰਦੇ ਨੇ ਕਿ ਸੰਤ ਜਨ ਨੂੰ ਮਨ ਦਾ ਹੰਕਾਰ ਛੱਡ ਦੇਣਾ ਚਾਹੀਦਾ ਹੈ। ਕਾਮ ਅਤੇ ਕ੍ਰੋਧ ਜਿਹੜੇ ਵਰਗੇ ਔਗਣ ਨੇ ਉਹ ਭੈੜੇ ਮਨੁੱਖ ਦੀ ਸੰਗਤ ਵਰਗੇ ਹੀ ਨੇ। ਕਹਿਣ ਦਾ ਮਤਲਬ ਕੀ ਹੈਗਾ ਵੀ ਜੇ ਆਪਾਂ ਮੰਨੀਏ ਵੀ ਕਾਮ ਕ੍ਰੋਧ ਸਾਡੇ ਮਨ 'ਤੇ ਭਾਵ ਤਾਂ ਹੈਗੇ ਨੇ, ਪਰ ਉਸ ਵਰਗੇ ਹੀ ਨੇ ਜੇ ਆਪਾਂ ਭੈੜੇ ਮਨੁੱਖ ਦੀ ਸੰਗਤ ਕਰ ਲੈਂਦੇ ਹਾਂ। ਇਹਨਾਂ ਤੋਂ ਵੀ ਰਾਤ ਦਿਨ ਪਰੇ ਰਹਿਣਾ ਚਾਹੀਦਾ ਹੈ। ਜਿਹੜਾ ਮਨੁੱਖ ਦੁੱਖ ਸੁੱਖ ਅਤੇ ਮਾਨ ਅਪਮਾਨ ਨੂੰ ਬਰਾਬਰ ਸਮਝਦਾ ਹੈ ਅਤੇ ਇਹਨਾਂ ਦਾ ਕੋਈ ਪ੍ਰਭਾਵ ਕਬੂਲ ਨਹੀਂ ਕਰਦਾ, ਉਹ ਸੰਸਾਰ ਵਿੱਚ ਜੀਵਨ ਦੇ ਅਸਲ ਭੇਦ ਨੂੰ ਸਮਝ ਲੈਂਦਾ ਹੈ। ਉਹ ਮਨੁੱਖ ਅਸਲੀਅਤ ਨੂੰ ਲੱਭ ਲੈਂਦਾ ਹੈ, ਜਿਹੜਾ ਨਾ ਕਿਸੇ ਦੀ ਉਸਤਤ ਕਰਦਾ ਹੈ ਅਤੇ ਨਾ ਹੀ ਨਿੰਦਿਆ, ਅਤੇ ਸਦਾ ਆਤਮਿਕ ਅਵਸਥਾ ਦੀ ਭਾਲ ਕਰਦਾ ਹੈ ਜਿੱਥੇ ਉਸ ਨੂੰ ਕਿਸੇ ਪ੍ਰਕਾਰ ਦੀ ਵਾਸ਼ਨਾ ਪੋ ਨਹੀਂ ਸਕਦੀ। ਪਰ ਇਹ ਅਵਸਥਾ ਪ੍ਰਾਪਤ ਕਰਨੀ ਬਹੁਤ ਔਖੀ ਹੈ ਅਤੇ ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਇਸ ਖੇਡ ਨੂੰ ਸਮਝ ਸਕਦਾ ਹੈ। ਤਾਂ ਇਸ ਭਾਗ ਦੇ ਅਗਲੇ ਪ੍ਰਸ਼ਨ, ਸਾਧੋ ਮਨ ਕਾ ਮਾਨ ਸ਼ਬਦ ਦਾ ਕੇਂਦਰੀ ਭਾਵ ਕੀ ਹੈ। ਇਸ ਸ਼ਬਦ ਦੇ ਵਿੱਚ ਗੁਰੂ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਉਸ ਨੂੰ ਚਾਹੀਦਾ ਹੈ ਕਿ ਉਹ ਗੁਰੂ ਦੀ ਸ਼ਰਨ ਲੈ ਕੇ ਹੰਕਾਰ ਅਤੇ ਕਾਮ ਕ੍ਰੋਧ ਦਾ ਤਿਆਗ ਕਰ ਦੇਵੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਦੁੱਖ, ਮਾਨ ਅਪਮਾਨ ਅਤੇ ਉਸਤਤ ਨਿੰਦਿਆ ਤੋਂ ਬੇਪਰਵਾਹ ਹੋ ਕੇ ਆਪਣਾ ਜੀਵਨ ਜਿਉਵੇਂ, ਤਾਂ ਹੀ ਉਹ ਸੱਚਾ ਜੀਵਨ ਜਿਉ ਸਕਦਾ ਹੈ। ਅਗਲਾ ਪ੍ਰਸ਼ਨ, ਸਾਧੋ ਮਨ ਕਾ ਮਾਨ ਸ਼ਬਦ ਦਾ ਵਿਸ਼ਾ ਕੀ ਹੈ। ਇਸ ਸ਼ਬਦ ਦਾ ਵਿਸ਼ਾ ਉਹ ਮਾਰਗ ਹੈ ਜਿਸ ਉੱਤੇ ਚੱਲ ਕੇ ਮਨੁੱਖ ਆਪਣੇ ਜੀਵਨ ਦਾ ਅਸਲੀ ਭੇਦ ਪ੍ਰਾਪਤ ਕਰ ਸਕਦਾ ਹੈ। ਸਾਧੋ ਮਨ ਕਾ ਮਾਨ ਸ਼ਬਦ ਵਿੱਚ ਗੁਰੂ ਜੀ ਸੰਤ ਜਨਾਂ ਭਾਵ ਮਨੁੱਖ ਨੂੰ ਕਿਹੜੀਆਂ ਗੱਲਾਂ ਦਾ ਤਿਆਗ ਕਰਨ ਲਈ ਕਹਿੰਦੇ ਹੈਗੇ ਨੇ। ਇਸ ਸ਼ਬਦ ਵਿੱਚ ਗੁਰੂ ਜੀ ਸੰਤ ਜਨਾਂ ਨੂੰ ਮਨ ਦਾ ਮਾਨ ਭਾਵ ਹੰਕਾਰ ਦੀ ਭਾਵਨਾ, ਕਾਮ ਕ੍ਰੋਧ,
ਦੁਰਜਨ ਦੀ ਸੰਗਤ ਭਾਵ ਮਾੜੀ ਸੰਗਤ ਅਤੇ ਉਸਤਤ ਨਿੰਦਿਆ ਦਾ ਤਿਆਗ ਕਰਨ ਅਤੇ ਖੁਸ਼ੀ ਗਮੀ ਅਤੇ ਮਾਨ ਅਪਮਾਨ ਤੋਂ ਨਿਰਲੇਪ ਰਹਿ ਕੇ ਆਪਣੀ ਜ਼ਿੰਦਗੀ ਜਿਉਣ ਨੂੰ ਕਹਿੰਦੇ ਹਨ। ਅਗਲਾ ਪ੍ਰਸ਼ਨ, ਸਾਧੋ ਮਨ ਕਾ ਮਾਨ ਸ਼ਬਦ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸਾਧੋ ਮਨ ਕਾ ਮਾਨ ਸ਼ਬਦ ਤੋਂ ਸਾਨੂੰ ਸਿੱਖਿਆ ਮਿਲਦੀ ਹੈਗੀ ਆ ਕਿ ਮਨੁੱਖ ਨੂੰ ਮਨ ਦਾ ਮਾਣ ਭਾਵ ਹੰਕਾਰ ਦੀ ਭਾਵਨਾ, ਕਾਮ ਕ੍ਰੋਧ ਅਤੇ ਦੁਰਜਨਾਂ ਦੀ ਸੰਗਤ ਦਾ ਤਿਆਗ ਕਰਨਾ ਚਾਹੀਦਾ ਹੈ। ਦੁੱਖ ਸੁੱਖ ਅਤੇ ਮਾਨ ਅਪਮਾਨ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਦੀ ਉਸਤਤ ਨਿੰਦਿਆ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਸਤਤ ਨਿੰਦਿਆ ਦੇ ਵਿੱਚ ਬਾਹਲਾ ਮਨ ਲਗਾਉਣਾ ਚਾਹੀਦਾ ਹੈ ਅਤੇ ਇਸ ਤੋਂ ਨਿਰਲੇਪ ਹੀ ਰਹਿਣਾ ਚਾਹੀਦਾ ਹੈ। ਤਾਂ ਦੂਸਰਾ ਜੋ ਕਾਵਿਬੰਧ ਹੈ ਸ਼ਬਦ ਹੈ ਉਹ ਹੈ ਸਾਧੋ ਗੋਬਿੰਦ ਕੇ ਗੁਣ ਗਾਵੋ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਇਓ, ਪਤਿਤ ਪਨੀਤ ਦੀਨ ਬੰਧ ਹਰ ਸਰਣ ਤਾਹੇ ਤੁਮ ਅਤਾਵੋ, ਗਜ ਕੈ ਕੋ ਤਰਾਸ ਮਿਟਿਓ, ਜਹ ਸਿਮਰਤ ਤੁਮ ਕਾਹੋ ਵਿਸਰਾਇਓ। ਤਾਂ ਇਸ ਦੀ ਪ੍ਰਸੰਗ ਆਪਾਂ ਲਿਖਾਂਗੇ ਪਹਿਲਾਂ ਕਿ ਇਹ ਕਾਵ ਸੂਤਰ ਸਾਡੀ ਪੰਜਾਬੀ ਦੀ ਪਾਠ ਪੁਸਤਕ ਮੱਧਕਾਲੀ ਪੰਜਾਬੀ ਕਾਵ ਸੰਗ੍ਰਹਿ ਦੇ ਵਿੱਚੋਂ ਲਈਆਂ ਗਈਆਂ ਨੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਹੈ ਅਤੇ ਇਸ ਵਿੱਚ ਗੁਰੂ ਜੀ ਨੇ ਮਨੁੱਖ ਨੂੰ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਹੈਗਾ। ਤਾਂ ਉਹ ਕਹਿੰਦੇ ਹੈਗੇ ਨੇ ਕਿ ਸਾਧੋ ਗੋਬਿੰਦ ਕੇ ਗੁਣ ਗਾਓ, ਗੋਬਿੰਦ ਦਾ ਭਾਵ ਪਰਮਾਤਮਾ। ਤਾਂ ਗੁਰੂ ਜੀ ਮਨੁੱਖ ਨੂੰ ਸਮਝਾਉਂਦੇ ਨੇ ਕਿ ਐ ਮੇਰੇ ਸਾਥੀਓ, ਐ ਮਨੁੱਖ, ਤੈਨੂੰ ਚਾਹੀਦਾ ਹੈ ਕਿ ਤੂੰ ਇਸ ਜੀਵਨ ਦੇ ਵਿੱਚ ਆ ਕੇ ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹਿ, ਉਸ ਦੀ ਉਸਤਤ ਕਰਦਾ ਰਹਿ, ਉਸ ਦੀ ਤਾਰੀਫ ਵਡਿਆਈ ਕਰਦਾ ਰਹਿ। ਭਾਵ ਇਹ ਜੀਵਨ ਸਾਨੂੰ ਪਰਮਾਤਮਾ ਦਾ ਸਿਮਰਨ ਕਰਨ ਲਈ ਹੀ ਮਿਲਿਆ ਹੈ ਅਤੇ ਇਸ ਨੂੰ ਹੋਰ ਵਿਅਰਥ ਕੰਮਾਂ ਦੇ ਵਿੱਚ ਨਾ ਗਵਾ, ਸਿਰਫ ਉਸ ਪਰਮਾਤਮਾ ਦਾ ਸਿਮਰਨ ਕਰਨ ਦੇ ਵਿੱਚ ਲਾ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਇਓ। ਬਿਰਥਾ ਹੁੰਦਾ ਵੀ ਬੇਕਾਰ, ਵਿਅਰਥ, ਕਾਹੇ ਕਿਉਂ, ਗਵਾਓ ਗਵਾ ਰਿਹਾ ਹੈਗਾ। ਅਮੋਲਕ ਹੁੰਦਾ ਹੈ ਉਹ ਚੀਜ਼ ਜਿਸ ਦੀ ਕੀਮਤ ਨਾ ਪਾਈ ਜਾ ਸਕੇ। ਮੁੱਲ ਹੁੰਦਾ ਜਿਸ ਚੀਜ਼ ਦੀ ਕੀਮਤ। ਅਮੋਲਕ ਉਹ ਚੀਜ਼ ਜਿਸ ਦਾ ਅਸੀਂ ਮੁੱਲ ਨਹੀਂ ਪਾ ਸਕਦੇ, ਭਾਵ ਬੇਸ਼ਕੀਮਤੀ ਚੀਜ਼। ਮਾਨਸ ਮਨੁੱਖ, ਭਾਵ ਜਿਹੜਾ ਮਨੁੱਖ ਦਾ ਜੀਵਨ ਹੈ ਇਹ ਬੜਾ ਹੀ ਅਮੋਲਕ ਹੈ। ਹੁਣ ਅਸੀਂ ਕਹਿੰਦੇ ਹਾਂ ਵੈਸੇ 84 ਲੱਖ ਜੂਨਾਂ ਤੋਂ ਬਾਅਦ ਮਨੁੱਖ ਨੂੰ ਜੀਵਨ ਮਿਲਦਾ ਹੈਗਾ, ਤਾਂ ਇਹ ਜੀਵਨ ਬੜਾ ਹੀ ਅਮੋਲਕ ਹੈ, ਬੜਾ ਹੀ ਕੀਮਤੀ ਹੈਗਾ ਅਤੇ ਤੂੰ ਇਸ ਜਨਮ ਨੂੰ ਹੋਰ ਕੰਮਾਂ ਦੇ ਵਿੱਚ ਭਟਕੜਾਂ ਦੇ ਵਿੱਚ ਫਿਰ ਕੇ ਅਸਫਲ ਕਿਉਂ ਗਵਾ ਰਿਹਾ ਹੈਗਾ, ਇਸ ਨੂੰ ਅਸਫਲ ਕਿਉਂ ਕਰ ਰਿਹਾ ਹੈਗਾ, ਕਿਉਂ ਗਵਾ ਰਿਹਾ ਹੈਗਾ। ਪਤਿਤ ਪਨੀਤ ਦੀਨਬੰਧ ਹਰ। ਤਾਂ ਇਹਨਾਂ ਲਾਈਨਾਂ ਦੇ ਵਿੱਚ ਗੁਰੂ ਜੀ ਨੇ ਦੱਸਿਆ ਵੀ ਜਿਹੜਾ ਉਹ ਪਰਮਾਤਮਾ ਹੈ ਉਹਦੇ ਵਿੱਚ ਕਿੰਨਾ ਕੁ ਸਮਰੱਥਾ ਹੈ। ਪਤਿਤ ਪਨੀਤ, ਪਨੀਤ ਹੁੰਦਾ ਪਵਿੱਤਰ, ਪਤਿਤ ਪਾਪੀ, ਕਿ ਪਰਮਾਤਮਾ ਦਾ ਸਿਮਰਨ ਹੈ ਉਹਨੂੰ ਕਰਨ ਦੇ ਨਾਲ ਜਿਹੜੇ ਪਾਪੀ ਨੇ ਉਹ ਪਵਿੱਤਰ ਹੋ ਜਾਂਦੇ ਨੇ, ਸਾਡੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਦੀਨ ਬੰਧੁ, ਦੀਨ ਹੁੰਦਾ ਗਰੀਬ, ਬੰਧ ਅਰਥ ਹੁੰਦਾ ਸਹਾਇਕ ਹੋਣਾ। ਤਾਂ ਉਹ ਜਿਹੜੇ ਪਰਮਾਤਮਾ ਹੈਗੇ ਨੇ ਉਹ ਗਰੀਬਾਂ ਦੇ ਸਕੇ ਸੰਬੰਧੀ ਨੇ, ਸਹਾਰਾ ਬਣਦੇ ਹੈਗੇ ਨੇ। ਹਰ ਸਰਣ ਤਾਹੇ ਤੁਮ ਆਵੋ। ਸਰਣ ਹੁੰਦਾ ਮਤਲਬ ਕਿਸੇ ਦੀ ਸ਼ਰਨ ਦੇ ਵਿੱਚ ਆ ਜਾਣਾ। ਤਾਂ ਇਸ ਕਰਕੇ ਤੈਨੂੰ ਚਾਹੀਦਾ ਹੈ ਕਿ ਤੂੰ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਿਹੜਾ ਕਿ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਗਰੀਬਾਂ ਦੀ ਰੱਖਿਆ ਕਰਨ ਵਾਲਾ, ਉਸ ਦਾ ਸਕਾ ਸੰਬੰਧੀ ਬਣ ਜਾਂਦਾ ਹੈ ਅਤੇ ਇਸ ਲਈ ਉਸ ਨੂੰ ਇਸ ਜੀਵਨ ਦੇ ਵਿੱਚ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ, ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਗਜ ਕੋ ਤਰਾਸ ਮਿਟਿਓ ਜਹ ਵਿਸਿਮਰਤ। ਗਜ ਹੁੰਦਾ ਹਾਥੀ ਅਤੇ ਤਰਾਸ ਹੁੰਦਾ ਹੈ ਵੀ ਡਰ। ਵਿਸਰਾਓ ਦਾ ਅਰਥ ਹੁੰਦਾ ਭੁੱਲ ਜਾਣਾ। ਕਾਹੇ ਕਿਉਂ, ਤਾਂ ਗੁਰੂ ਜੀ ਕਹਿੰਦੇ ਹੈਗੇ ਨੇ ਵੀ ਉਸ ਪਰਮਾਤਮਾ ਨੂੰ ਯਾਦ ਕਰਨ ਦੇ ਨਾਲ, ਉਸ ਦਾ ਸਿਮਰਨ ਕਰਨ ਦੇ ਨਾਲ ਸਾਨੂੰ ਬੜਾ ਲਾਭ ਹੁੰਦਾ ਹੈ। ਸਾਨੂੰ ਕਈ ਔਖੇ ਸੰਕਟਾਂ ਦੇ ਵਿੱਚੋਂ ਉਸ ਪਰਮਾਤਮਾ ਦਾ ਨਾਮ ਬਾਹਰ ਕੱਢ ਲੈਂਦਾ ਹੈ। ਕਿਸ ਤਰ੍ਹਾਂ, ਜਿਵੇਂ ਕਿਹਾ ਜਾਂਦਾ ਹੈ ਵੀ ਇੱਕ ਕਥਾ ਹੈ ਕਿ ਜਿਹੜਾ ਇੱਕ ਹਾਥੀ ਸੀਗਾ ਉਹ ਨਦੀ 'ਚ ਪਾਣੀ ਪੀਣ ਗਿਆ ਤਾਂ ਉਹਨੂੰ ਤੇਂਦੂਏ ਨੇ ਫੜ ਲਿਆ। ਤਾਂ ਉਸਨੇ ਪਰਮਾਤਮਾ ਦਾ ਸਿਮਰਨ ਕੀਤਾ, ਉਸ ਨੂੰ ਯਾਦ ਕੀਤਾ, ਤਾਂ ਫਿਰ ਉਸ ਦੀ ਜਿਹੜੀ ਹੈ ਹਾਥੀ ਦੀ ਜਾਨ ਤੇਂਦੂਏ ਕੋਲੋਂ ਜਿਹੜੀ ਹੈ ਬਚ ਜਾਂਦੀ ਹੈਗੀ ਹੈ।
ਤਾਂ ਇਸ ਤਰ੍ਹਾਂ ਹੀ ਅਸੀਂ ਇਸ ਜੀਵਨ ਦੇ ਵਿੱਚ ਜੇਕਰ ਇਸ ਪਰਮਾਤਮਾ ਦਾ ਸਿਮਰਨ ਸੱਚੇ ਮਨ ਨਾਲ ਕਰਦੇ ਹਾਂ ਤਾਂ ਸਾਡੇ ਬੜੇ ਸੰਕਟ ਖਤਮ ਹੋ ਜਾਂਦੇ ਨੇ। ਤਾਂ ਫਿਰ ਅਜਿਹੇ ਪਰਮਾਤਮਾ ਨੂੰ ਤੁਮ ਕਾਹੇ ਵਿਸਰੋ, ਤੇ ਅਸੀਂ ਕਿਉਂ ਭੁੱਲ ਜਾਂਦੇ ਹੈਗੇ ਹਾਂ, ਅਸੀਂ ਉਸ ਦਾ ਸਿਮਰਨ ਕਰਨਾ ਕਿਉਂ ਭੁੱਲਦੇ ਹੈਗੇ ਹਾਂ, ਜਿਹੜੇ ਪਰਮਾਤਮਾ ਦੇ ਸਿਮਰਨ ਦੇ ਨਾਲ ਇੱਕ ਹਾਥੀ ਹੈ ਜਿਹੜਾ ਤੇਂਦੂਏ ਕੋਲੋਂ ਬਚ ਗਿਆ ਸੀ। ਤਾਜ ਅਵਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਇਓ। ਅਤੇ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਆਪਣੇ ਜੀਵਨ ਦੇ ਵਿੱਚ ਤਾਜ ਹੁੰਦਾ ਛੱਡ ਦੇਣਾ, ਇਹ ਵਾਲੀਆਂ ਭਾਵਨਾਵਾਂ, ਅਭਿਮਾਨ ਹੰਕਾਰ ਦੀ ਭਾਵਨਾ ਹੈ, ਝੂਠੀ ਮਾਇਆ ਹੈ, ਮੋਹ ਹੈ, ਇਹਨਾਂ ਭਾਵਾਂ ਨੂੰ ਛੱਡ ਦੇਣਾ ਚਾਹੀਦਾ ਹੈ। ਅਤੇ ਫਿਰ ਕੀ ਕਰਨਾ ਚਾਹੀਦਾ ਹੈ, ਭਜਨ ਰਾਮ ਚਿਤ ਲਾਇਓ। ਅਤੇ ਫਿਰ ਉਸ ਨੂੰ ਮੁੜ ਕੇ ਫੋਨ ਹੁੰਦਾ ਮੁੜ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਆਪਣਾ ਮਨ ਲਗਾਉਣਾ ਚਾਹੀਦਾ, ਚਿਤ ਹੁੰਦਾ ਮਨ। ਨਾਨਕ ਕਹਿਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਓ। ਤਾਂ ਗੁਰੂ ਜੀ ਕਹਿੰਦੇ ਹੈਗੇ ਨੇ, ਤਾਂ ਪੰਥ ਹੁੰਦਾ ਰਸਤਾ, ਤਾਂ ਗੁਰੂ ਜੀ ਕਹਿੰਦੇ ਨੇ ਹੈਗੇ ਨੇ ਕਿ ਜਿਹੜਾ ਇਹ ਰਸਤਾ ਹੈ ਵੀ ਆਪਣਾ ਇਹ ਭਾਵਨਾਵਾਂ ਛੱਡ ਦੇਣੀਆਂ, ਮੋਹ ਮਾਇਆ ਮਾਨ ਹੰਕਾਰ ਛੱਡ ਦੇਣਾ ਅਤੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਆਪਣਾ ਸਮਾਂ ਲਾਉਣਾ ਹੈ, ਤਾਂ ਫਿਰ ਇਹ ਰਸਤਾ ਅਜਿਹਾ ਹੈ ਜਿਸ ਨਾਲ ਤੈਨੂੰ ਮੁਕਤੀ ਮਿਲ ਜਾਵੇਗੀ। ਇਹ ਗੁਰਮੁਖ ਤੁਮ ਪਾਵ, ਅਤੇ ਫਿਰ ਗੁਰੂ ਦੀ ਸ਼ਰਨ ਪੈ ਕੇ ਅਸੀਂ ਇਸ ਰਸਤੇ ਦੀ ਪ੍ਰਾਪਤੀ ਕਰ ਸਕਦੇ ਹੈਗੇ ਹਾਂ। ਅਤੇ ਇਸ ਤੋਂ ਬਾਅਦ ਸਾਡੇ ਸਾਰੇ ਦੁੱਖ ਕਲੇਸ਼ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਅਤੇ ਪਰਮਾਤਮਾ ਸਾਨੂੰ ਆਪਣੀ ਸ਼ਰਨ ਦੇ ਵਿੱਚ ਲੈ ਲੈਂਦਾ ਹੈ, ਭਾਵ ਸਾਡੀ ਮੁਕਤੀ ਹੋ ਜਾਂਦੀ ਹੈ ਦੁੱਖਾਂ ਤੋਂ। ਤਾਂ ਇਹ ਤਾਂ ਸੀਗੇ ਇਸ ਸ਼ਬਦ ਦੇ ਅਰਥ। ਅਤੇ ਹੁਣ ਆਪਾਂ ਇਸ ਸ਼ਬਦ ਦੇ ਵਿੱਚ ਆਏ ਵਿਚਾਰਾਂ ਦਾ ਸਾਰ ਜਾਂ ਵਿਸ਼ਾ ਵਸਤੂ ਪੜ੍ਹਦੇ ਹੈਗੇ, ਜਿਹੜਾ ਕਿ ਪੇਪਰ ਦੇ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਪੁੱਛਿਆ ਜਾਂਦਾ ਹੈ ਕਿ ਇਸ ਸ਼ਬਦ ਦਾ ਵਿਸ਼ਾ ਵਸਤੂ ਲਿਖੋ ਜਾਂ ਇਸ ਸ਼ਬਦ ਵਿੱਚ ਆਏ ਵਿਚਾਰਾਂ ਦਾ ਸਾਰ ਲਿਖੋ। ਇਹ ਪੇਪਰ ਦੇ ਵਿੱਚ ਇਸ ਤਰੀਕੇ ਨਾਲ ਆਉਂਦਾ ਬੇਟੇ। ਸਾਧੋ ਗੋਬਿੰਦ ਕੇ ਗੁਣ ਗਾਵੋ ਸ਼ਬਦ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਹੈ। ਇਸ ਦਾ ਵਿਸ਼ਾ ਮਨੁੱਖ ਨੂੰ ਵਿਕਾਰਾਂ ਤੋਂ ਖਲਾਸੀ ਦਾ ਛੁਟਕਾਰਾ ਪ੍ਰਾਪਤ ਕਰਨ ਦੇ ਲਈ ਪਰਮਾਤਮਾ ਦਾ ਨਾਮ ਸਿਮਰਨ ਦੇ ਕਰਨ ਦੀ ਪ੍ਰੇਰਨਾ ਦੇਣਾ ਹੈ। ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਨੂੰ ਇਹ ਕੀਮਤੀ ਸਮਾਂ ਜਿਹੜਾ ਹੈ ਮਨੁੱਖਾ ਜਨਮ ਮਿਲਿਆ ਹੈ, ਉਸ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਅਜਾਈਂ ਨਾ ਗਵਾਵੇ ਅਤੇ ਹਰ ਸਮੇਂ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹੇ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਉਹਨਾਂ ਬੰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ ਜਿਹੜੇ ਵਿਕਾਰਾਂ ਵਿੱਚ ਡਿਗੇ ਹੋਏ ਹੁੰਦੇ ਨੇ। ਮਨੁੱਖ ਨੂੰ ਉਸ ਪਰਮਾਤਮਾ ਦੀ ਸ਼ਰਨ ਪੈਣਾ ਚਾਹੀਦਾ ਹੈ ਜੋ ਗਰੀਬਾਂ ਦਾ ਸਦਾ ਸਹਾਈ ਹੈ ਅਤੇ ਜਿਸ ਨੇ ਹਾਥੀ ਦਾ ਡਰ ਵੀ ਦੂਰ ਕਰ ਦਿੱਤਾ ਸੀ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਮਾਇਆ ਦੇ ਮੋਹ ਤੋਂ ਮੁਕਤ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰੇ। ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰਨ ਦਾ ਕੇਵਲ ਇੱਕੋ ਹੀ ਰਸਤਾ ਹੈ ਕਿ ਇਹ ਰਸਤਾ ਗੁਰੂ ਦੀ ਸ਼ਰਨ ਪੈ ਕੇ ਹੀ ਲੱਭਦਾ ਹੈ। ਅੱਗੇ ਹੈ ਸਾਧੋ ਗੋਬਿੰਦ ਕੇ ਗੁਣ ਗਾਓ ਸ਼ਬਦ ਦਾ ਕੇਂਦਰੀ ਭਾਵ ਲਿਖਣਾ ਹੈ। ਮਨੁੱਖ ਨੂੰ ਆਪਣੇ ਇਸ ਜਨਮ ਨੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦੇ ਨਾਮ ਸਿਮਰਨ ਦਾ ਰਸਤਾ ਅਖਤਿਆਰ ਕਰਕੇ ਸਫਲ ਕਰਨਾ ਚਾਹੀਦਾ। ਕਹਿਣ ਦਾ ਮਤਲਬ ਕੀ ਹੈਗਾ ਕਿ ਉਸ ਨੂੰ ਪਰਮਾਤਮਾ ਦੇ ਨਾਮ ਸਿਮਰਨ ਦਾ ਰਸਤਾ 'ਤੇ ਚੱਲਣਾ ਚਾਹੀਦਾ ਹੈ, ਤਾਂ ਹੀ ਉਸਦਾ ਇਹ ਜੀਵਨ ਸਫਲ ਹੋ ਸਕਦਾ ਹੈ। ਅਤੇ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਇਹ ਵਿਕਾਰਾਂ ਤੋਂ ਬਚਾਉਂਦਾ ਹੈ ਅਤੇ ਸਾਰੇ ਡਰਾਂ ਨੂੰ ਦੂਰ ਕਰਦਾ ਹੈ। ਅਗਲਾ ਜੋ ਪ੍ਰਸ਼ਨ ਹੈ, ਸਾਧੋ ਗੋਬਿੰਦ ਕੇ ਗੁਣ ਗਾਓ। ਅਗਲਾ ਪ੍ਰਸ਼ਨ, ਸਾਧੋ ਗੋਬਿੰਦ ਕੇ ਗੁਣ ਗਾਵੋ ਸ਼ਬਦ ਦਾ ਵਿਸ਼ਾ ਕੀ ਹੈ? ਇਸ ਸ਼ਬਦ ਦਾ ਵਿਸ਼ਾ ਮਨੁੱਖ ਨੂੰ ਗੁਰੂ ਜੀ ਦੀ ਸ਼ਰਨ ਪੈ ਕੇ ਵਿਕਾਰਾਂ ਅਤੇ ਹਰ ਪ੍ਰਕਾਰ ਦੇ ਡਰ ਤੋਂ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਅਤੇ ਆਪਣਾ ਜਨਮ ਸਫਲ ਕਰਨ ਦਾ ਮਾਰਗ ਦੱਸਣਾ ਹੈ। ਅਗਲਾ ਪ੍ਰਸ਼ਨ, ਗੁਰੂ ਜੀ ਅਨੁਸਾਰ ਮਨੁੱਖ ਨੂੰ ਮੁਕਤੀ ਪੰਥ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਇਸ ਦਾ ਉੱਤਰ ਹੈ ਗੁਰੂ ਦੀ ਸ਼ਰਨ ਪੈ ਕੇ। ਤਾਂ ਸਹੀ ਆਪਣੇ ਦੋ ਸ਼ਬਦ ਜਿਨ੍ਹਾਂ ਦੀ ਪ੍ਰਸੰਗ ਦੱਸ ਕੇ ਵਿਆਖਿਆ, ਕੇਂਦਰੀ ਭਾਵ ਅਤੇ ਵਿਚਾਰਾਂ ਦੇ ਸਾਰ ਆਪਾਂ ਪੜ੍ਹੇ ਨੇ। ਉਮੀਦ ਕਰਦੀ ਹੈਗੀ ਕਿ ਤੁਹਾਨੂੰ ਸਮਝ ਲੱਗ ਗਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਇਸ ਚੈਨਲ ਦੀ ਪਲੇਲਿਸਟ ਵੀ ਦੇਖਿਓ, ਕਿਉਂਕਿ ਇਸ ਚੈਨਲ 'ਤੇ 1 ਨਾਲੋਂ ਵੱਧ ਕਲਾਸਿਸ ਦਾ ਕੰਮ ਕੀਤਾ ਹੋਇਆ ਹੈ। ਹੋ ਸਕਦਾ ਕੋਈ ਵੀ ਕੰਮ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋਵੇ। ਜੇਕਰ ਅਜਿਹਾ ਹੋਇਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਫਿਰ ਮਿਲਦੇ ਹੈਗੇ ਅਗਲੀ ਵੀਡੀਓ ਦੇ ਨਾਲ।